ਬਚਪਨ ਖੇਡ ਕੇ ਗੁਜ਼ਾਰਿਆ। अस्सलाम वालेकुम, आदाब, सत श्री अकाल जी। मैं हाँ इकबाल खान राजपूत ਤੇ ਤੁਸੀਂ ਦੇਖ ਰਹੇ ਹੋ ਚੈਨਲ ਇੱਕ ਪਿੰਡ ਪੰਜਾਬ ਦਾ। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਚੱਕ ਨੰਬਰ 298, ਤਹਿਸੀਲ ਗੋਜਰਾ, ਡਿਸਟ੍ਰਿਕਟ ਟੋਭਾ ਟੇਕ ਸਿੰਘ ਜੀ। ਅੱਜ ਇਸ ਪਿੰਡ ਦੇ ਵਿੱਚ ਬਹੁਤ ਹੀ ਕੀਮਤੀ ਮਹਿਮਾਨ ਸਾਡੇ ਉਹ ਇਸ ਪਿੰਡ ਦੇ ਵਿੱਚ ਸਾਡੀ ਜ਼ੀਨਤ ਬਣੇ ਆ ਔਰ ਹੋਸਟ ਵੀ ਮੌਜੂਦ ਨੇ ਔਰ ਗੈਸਟ ਵੀ ਮੌਜੂਦ ਨੇ। ਕੈਨੇਡਾ ਤੋਂ ਤਸ਼ਰੀਫ ਲਿਆਏ ਨੇ। ਤਾਲਕ ਇਹਨਾਂ ਦਾ ਚੜ੍ਹਦੇ ਪੰਜਾਬ ਤੋਂ ਆ ਔਰ ਇਹ ਪਿੰਡ ਬੇਸਿਕਲੀ ਇਹਨਾਂ ਦੀ ਜਨਮ ਭੂਮੀ ਆ ਔਰ ਇਹ ਇੱਥੇ ਆਪਣੀ ਜਨਮ ਭੂਮੀ ਦੇਖਣ ਵਾਸਤੇ ਇੱਥੇ ਆਏ ਨੇ। ਪਿੰਡ ਦਾ ਵਿਜ਼ਿਟ ਕਰ ਰਹੇ ਨੇ ਮੁਖਤਲਫ ਜਗ੍ਹਾ ਦੇ ਉੱਤੇ ਜਿੱਥੇ ਇਹਨਾਂ ਨੇ ਆਪਣੇ ਉਹ ਬਚਪਨ ਦੇ ਦਿਨ ਬਤੀਤ ਕੀਤੇ। ਪਾਰਟੀਸ਼ਨ ਦੇ ਟਾਈਮ ਇਹਨਾਂ ਦੀ ਉਮਰ ਜਿਹੜੀ ਹੈ ਲਗਭਗ 15 ਸਾਲ ਸੀ ਅਤੇ ਉਹ ਸਾਰੇ ਬੀਤੇ ਹੋਏ ਦਿਨਾਂ ਦੀਆਂ ਯਾਦਾਂ ਔਰ ਇਹ ਸਾਰਾ ਕੁਛ ਜਿਹੜਾ ਹੈ ਉਹ ਅਸੀਂ ਇਹਨਾਂ ਦੇ ਨਾਲ ਸ਼ੇਅਰ ਕਰਾਂਗੇ ਔਰ ਤੁਹਾਡੇ ਤੱਕ ਅਪਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਨਾਬ। ਕੀ ਹਾਲ ਚਾਲ ਆ? ਠੀਕ ਹੋ? ਕਲਾ ਜੀ ਬਿਲਕੁਲ ਠੀਕ ਠਾਕ ਹੈ। ਕੀ ਨਾਮ ਹੈ ਜੀ ਆਪਣਾ? ਮੈਂ ਦਿਲਬਾਗ ਸਿੰਘ ਚੌਹਾਨ ਹੈ ਜੀ ਨਾਮ ਮੇਰਾ। ਹਾਂਜੀ, ਪੂਰਾ ਦੱਸੋ ਕਿੱਦਾਂ ਆਏ, ਕਿੱਦਾਂ ਮਤਲਬ ਤੁਹਾਡਾ ਤਾਲੁਕਾਤ ਕਿੱਦਾਂ ਹੋਏ ਸਾਰੇ ਇੱਥੇ? ਇੱਦਾਂ ਹੈਗਾ ਜੀ, ਭਾਈ ਸਾਹਿਬ ਸਾਡੇ ਦੋਸਤ ਬਣੇ, ਆਸਲ ਸਾਹਿਬ ਉੱਪਰ ਆਏ ਔਰ ਇਹਨਾਂ ਨੇ ਬਹੁਤ ਜ਼ੋਰ ਲਾਇਆ ਕਿ ਮੈਂ ਤੁਹਾਨੂੰ ਆਪਣਾ ਪਿੰਡ ਦਿਖਾ ਸਕਦਾ ਹੈਗਾ ਤਾਂ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੈਗਾ। ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਪਰ ਨਾਲ ਕੰਡੀਸ਼ਨ ਇਹੋ ਹੈਗੀ ਆ ਵੀ ਜਦੋਂ ਪਰਮਾਤਮਾ ਦਾ ਹੁਕਮ ਹੋਊਗਾ, ਵਾਹਿਗੁਰੂ ਦਾ ਹੁਕਮ ਹੋਇਆ ਉਦੋਂ ਬਣਨਾ ਪ੍ਰੋਗਰਾਮ। ਇਹ ਕਈ ਦੇਰ ਤੋਂ ਜ਼ੋਰ ਲਾ ਰਹੇ ਸੀਗੇ ਔਰ ਅਸੀਂ ਵੀ ਬਹੁਤ ਕੁਛ ਮੈਨੂੰ ਵੀ ਇਹ ਬਹੁਤ ਤਾਂਘ ਸੀ ਕਿ ਮੈਂ ਕਦੋਂ ਆਪਣੇ ਪਿੰਡ ਨੂੰ ਦੇਖਾਂ। ਤਾਂ ਆਪਣੇ ਬੇਟੇ ਨੂੰ ਮੈਂ ਕਹਿ ਕੇ ਦੌੜ ਭੱਜ ਕਰਕੇ ਜਿੰਨਾ ਵੀ ਤੁਹਾਨੂੰ ਪਤਾ ਹੈ ਕਿ ਜ਼ਿੰਦਗੀ ਬੜੀ ਰੁਝੇਵਿਆਂ ਵਾਲੀ ਹੈਗੀ ਆ, ਇਹਦੇ 'ਚੋਂ ਟਾਈਮ ਕੱਢਣਾ ਔਰ ਬਜ਼ੁਰਗ ਆਦਮੀ ਨੂੰ ਇਕੱਲੇ ਜਾਣਾ ਮੁਸ਼ਕਿਲ ਵੀ ਹੁੰਦਾ ਹੈਗਾ। ਬੇਟੇ ਨੇ ਬਿਲਕੁਲ ਹਾਮੀ ਭਰੀ ਆ ਔਰ ਮੇਰੇ ਨਾਲ ਆਉਣ ਲਈ ਤਿਆਰ ਹੋਏ। ਤਾਂ ਅਸੀਂ ਆਪਣੀ ਜਿਹੜੇ ਕੈਨੇਡਾ ਤੋਂ ਜਥਾ ਆਇਆ ਹੈਗਾ, ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਆਇਆ ਹੈਗਾ, ਉਹਨਾਂ ਦੇ ਬਰਥ ਦਿਨ ਦੇ ਉੱਤੇ ਉਹਦੇ 'ਚ ਆਏ ਹੈਗੇ ਆ। ਫਿਰ ਉਹਨਾਂ ਕੋਲੋਂ ਅਸੀਂ ਇਜਾਜ਼ਤ ਲੈ ਕੇ ਇੱਕ ਦਿਨ ਲਈ ਮੈਂ ਆਪਣਾ ਪਿੰਡ ਦੇਖਣਾ ਚਾਹੁੰਦਾ ਸੀਗਾ, ਆਪਣੇ ਪਿੰਡ ਦਾ ਚੱਕਰ ਲਾਉਣ ਆਏ ਹੈਗੇ ਆ। ਦੇਖ ਕੇ ਰੂਹ ਖੁਸ਼ ਹੋ ਗਈ ਆ, ਮਹਿਮਾਨ ਨਵਾਜ਼ੀ ਦੇਖ ਕੇ ਖੁਸ਼ ਹੋਈ ਆ। ਬਹੁਤ ਸਖਤ ਆਪਣੇ ਘਰ ਦੇਖਿਆ, ਆਪਣੀ ਜ਼ਮੀਨ ਜਾਇਦਾਦ ਦੇਖੀ ਹੈਗੀ ਆ ਔਰ ਹਰਿਆਲੀ ਹਰਿਆ ਭਰਿਆ ਦੇਖਿਆ, ਲੋਕਾਂ ਦੀ ਖੁਸ਼ਾਮਦੀ ਦੇਖੀ ਆ। ਸਾਰਾ ਕੁਝ ਦੇਖ ਕੇ ਦਿਲ ਬਹੁਤ ਖੁਸ਼ ਹੋਇਆ ਹੈ। ਤੇ ਇੱਥੇ ਗੁਜ਼ਰੇ ਦਿਨਾਂ ਦੀਆਂ ਯਾਦਾਂ ਦੇ ਵਿੱਚੋਂ ਕਿਹੜੇ ਕਿਹੜੇ ਪਲ ਤੁਹਾਨੂੰ ਜ਼ਿਆਦਾ ਯਾਦ ਆ ਰਹੇ ਨੇ? ਯਾਦ ਇਹ ਹੈਗਾ ਕਿ ਅਸੀਂ ਗੋਜਰ ਸ਼ਹਿਰ 'ਚ ਪੜ੍ਹਦੇ ਸੀਗੇ। 47 'ਚ ਮੈਂ ਇੱਥੋਂ ਉਰਦੂ ਫਾਰਸੀ ਪੜ੍ਹਦਾ ਗਿਆ ਹੈਗਾ। ਮੈਂ 1932 ਦੀ ਮੇਰੀ ਪੈਦਾਇਸ਼ ਹੈ ਔਰ 47 ਦੇ ਵਿੱਚ ਅਸੀਂ ਜਿਸ ਵੇਲੇ ਗਏ ਹੈਗੇ ਆ ਗੱਡਾ ਲੈ ਮੇਰੀ ਉਮਰ ਤਕਰੀਬਨ 15 ਸਾਲ ਸੀਗੀ, 15 ਸਾਲ। ਗੱਡਾ ਮੈਂ ਆਪ ਇੱਥੋਂ ਸਾਡੇ ਕੋਲ ਗੱਡਾ ਵੀ ਹੈ ਨਹੀਂ ਸੀ ਕਿਉਂਕਿ ਜ਼ਿਮੀਂਦਾਰ ਕਰਦੇ ਸੀਗੇ ਉਸ ਵੇਲੇ, ਰੱਖੇ ਜਾਂਦੇ ਸੀਗੇ ਨੇੜੇ ਜਿਹੜੇ ਕਿ ਖੇਤੀ ਕਰਦੇ ਹੈਗੇ ਆ। ਤਾਂ ਅਸੀਂ ਸਿਰਫ ਸੁਪਰਵਿਜ਼ਨ ਨਾਲ ਕਰਦੇ ਸੀਗੇ। ਉਸ ਤੋਂ ਬਾਅਦ ਹਜੇ ਮੈਂ ਯੰਗ ਬਲੱਡ ਵੀ ਸੀਗਾ ਤਾਂ ਗੱਡਾ ਮੈਂ ਫਿਰ ਆਪ ਹੱਕ ਕੇ ਆਪਣਾ ਗੱਡਾ ਜਿਹੜਾ ਹੈਗਾ ਉਹ 'ਤੇ ਥੋੜ੍ਹਾ ਬਹੁਤ ਸਮਾਨ ਰੱਖ ਕੇ ਰੋਟੀ ਪਾਣੀ ਦਾ ਜਿਹੜਾ ਪ੍ਰਬੰਧ ਕਰਕੇ ਉਹ ਅਸੀਂ ਕਾਫਲੇ ਦੇ ਨਾਲ ਜੋ 47 ਦਾ ਅਨਾਊਂਸਮੈਂਟ ਹੋਈ ਆ ਬਾਹਰ ਨੇੜੇ ਦੇ ਪਿੰਡ ਜਿਹੜੇ ਹੈ 299, 297, 301 ਇਹ ਜਿਹੜੇ ਹੈਗੇ ਸਾਰੇ ਇਕੱਠੇ ਹੋ ਕੇ ਜਦੋਂ ਅਸੀਂ ਸਾਡੇ ਪਿੰਡ ਪਹੁੰਚ ਗਏ ਹੈਗੇ ਆ ਤਾਂ ਅਸੀਂ ਵੀ ਇੱਥੋਂ ਆਪਣਾ ਕਾਫਲਾ ਉਹਨਾਂ ਦੇ ਵਿੱਚ ਨਾਲ ਚੱਲ ਪਏ ਹੈਗੇ ਆ। ਬੁੱਝਾ ਵਾਲੀ ਪਿੰਡ ਵੱਲ ਨੂੰ ਚੱਲ ਪਏ ਹੈਗੇ ਆ। ਫਿਰ ਇਹ ਆ ਵੀ ਜਿੱਥੇ ਜਿੱਥੇ ਕਾਫਲਾ ਜਾਂਦਾ ਗਿਆ ਹੈ ਉਹਦੇ ਪਿੱਛੇ ਤੁਰੇ ਰਹਿੰਦੇ ਹੈਗੇ। 15-16 ਕਿਲੋਮੀਟਰ ਰੋਜ਼ ਸਫ਼ਰ ਕਰਦੇ ਸੀਗੇ। ਫਿਰ ਆਪਣੇ ਬੈਲਾਂ ਨੂੰ ਪੱਠੇ ਵਗੈਰਾ ਪਾਉਣੇ, ਪਾਣੀ ਵਗੈਰਾ ਦਾ ਬੰਦੋਬਸਤ ਕਰਨਾ, ਰੋਟੀ ਪਕਾਉਣ ਲਈ ਬਾਲਣ ਵਗੈਰਾ ਇਕੱਠਾ ਕਰਨਾ, ਹੋਰ ਕਈ ਕੁਝ ਕਰਦੇ ਰਾਤ ਨੂੰ ਰੋਟੀ ਵਗੈਰਾ ਪਕਾਉਂਦੇ ਕਰਦਿਆਂ ਨੂੰ ਸਵੇਰ ਦਿਨ ਚੜ੍ਹ ਜਾਣਾ। ਮੈਂ ਫਿਰ ਗੱਡਾ, ਮੇਰੀ ਉਮਰ ਯੰਗ ਸੀਗੀ ਇਸ ਕਰਕੇ ਕੋਈ ਪਰਵਾਹ ਨਹੀਂ ਕੀਤੀ ਹੈਗੀ। ਸਵੇਰੇ ਫਿਰ ਉੱਠ ਕੇ ਗੱਡਾ ਆਪਣਾ ਜਿਹੜਾ ਹੈਗਾ ਉਹ ਹੱਕ ਬੈਠ ਜਾਣਾ। ਤਕਰੀਬਨ ਸਾਡਾ ਰੋਜ਼ ਦਾ ਸਫ਼ਰ ਜਿਹੜਾ ਹੁੰਦਾ ਸੀਗਾ 18-20 ਕਿਲੋਮੀਟਰ ਦਾ ਹੁੰਦਾ ਸੀਗਾ ਔਰ ਸਾਨੂੰ ਦੱਸਿਆ ਜਾਂਦਾ ਵੀ 18 ਕਿਲੋਮੀਟਰ 'ਤੇ ਜਾਂ 20 ਕਿਲੋਮੀਟਰ 'ਤੇ ਜਾ ਕੇ ਭਰਾ ਕਰਾਂਗੇ। ਪਰ ਇਹ ਤਾਂਘ ਦੇ ਬਹੁਤ ਜਲਦੀ ਰਹੇ, ਥੱਕ ਜਾਂਦੇ ਸੀ, ਬਹੁਤ ਥੱਕ ਜਾਂਦੇ ਸੀਗੇ। ਪਰ ਇਹ ਆ ਕਿ ਫਿਰ ਵੀ ਕਰਦਾ ਕਰਾਉਂਦਾ 18 ਤੋਂ ਘੱਟ ਤੱਕ ਦੀ ਸਫ਼ਰ ਹੁੰਦਾ ਰਿਹਾ ਸੀਗਾ। ਤਾਂ ਤਕਰੀਬਨ 1.5 ਮਹੀਨਾ ਲੱਗਾ ਹੈਗਾ ਇੱਥੋਂ ਉੱਥੇ ਪਹੁੰਚਣ ਨੂੰ। ਇੱਥੋਂ 1.5 ਮਹੀਨੇ ਦੀ ਮੁਸਾਫਤ ਤੈਅ ਕਰਕੇ ਤੁਸੀਂ ਉੱਥੇ ਇੰਡੀਆ ਕਿਹੜੀ ਜਗ੍ਹਾ ਪਹੁੰਚੇ, ਕਿਹੜੇ ਇਲਾਕੇ, ਕਿਹੜੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਆਬਾਦ ਹੋਏ? ਅਸੀਂ ਜੀ ਕਸੂਰ ਸ਼ਹਿਰ ਤੋਂ ਪਾਰ ਹੋਏ ਹਾਂ ਬਾਰਡਰ ਨੂੰ, ਖੇਮਕਰਨ ਬਾਰਡਰ ਥਾਣੀ ਅਸੀਂ ਅੰਦਰ ਦਾਖਲ ਹੋਏ ਹੈਗੇ ਆ।
ਖੇਮ ਕਰਨ ਤੋਂ ਜਿੱਦਾਂ ਕਿਸੇ ਦਾ ਪਿੰਡ ਆਈ ਜਾਂਦਾ ਸੀਗਾ, ਉਹ ਆਪਣੇ ਉਹਨਾਂ ਦੇ ਹਰ ਇੱਕ ਆਦਮੀ ਦਾ ਆਪਣਾ ਜੱਦੀ ਪਿੰਡ ਸੀਗਾ, ਜਿੱਥੋਂ ਜ਼ਮੀਨ ਉਹਨਾਂ ਨੂੰ ਇੱਥੇ ਅਲਾਟ ਹੋਈ ਸੀਗੀ। ਉਹ ਜਿੱਦਾਂ ਹੁਣ ਮਾਣੇ ਕੀ ਆ ਗਿਆ, ਆਪੋਜ਼ਿਟ ਮਤਲਬ ਆ ਜਾਂਦਾ ਹੈਗਾ, ਇਹ ਪਿੰਡ ਆਈ ਜਾਂਦੇ ਹੈਗੇ। ਜਿਹੜਾ ਪਿੰਡ ਆਈ ਜਾਂਦਾ ਸੀ ਉਹ ਆਪਣੇ ਪਿੰਡ ਰਾਤ ਨੂੰ ਸਾਨੂੰ ਰੱਖਦਾ ਸੀਗਾ, ਗੱਡੇ ਉੱਥੇ ਰੱਖ ਕੇ ਆਓ ਭਗਤ ਜਿੰਨੀ ਵੀ ਹੁੰਦੀ ਸੀ ਉਹ ਉਹਦੇ ਪਿੰਡ ਵਾਲੇ ਕਰਦੇ ਸੀਗੇ, ਰੋਟੀ ਪਾਣੀ ਖਾਂਦੇ ਸੀਗੇ। ਉਸ ਤੋਂ ਬਾਅਦ ਬਿਆਸਾ ਦੇ ਰਸਤੇ ਜਲੰਧਰ ਪਹੁੰਚੇ ਹੈਗੇ ਆ, ਜਿੰਨੇ ਵੀ ਸਟਾਫ ਰਸਤੇ 'ਚ ਜਿਹੜਾ ਪਿੰਡ ਆਇਆ ਹੈਗਾ ਉੱਥੇ ਰਾਤ ਇੱਕ ਕਰਦੇ ਗਏ ਹੈਗੇ ਆ। ਜਲੰਧਰ ਸਾਡੇ ਬਾਪ ਦਾ ਬਾਬੀ ਦਾ ਜੱਦੀ ਜ਼ਮੀਨ ਸੀ ਥੋੜ੍ਹੀ ਬਹੁਤ, ਉੱਥੇ ਜਾ ਕੇ ਅਸੀਂ ਅਰਾਈਆਂ ਦੀ ਜ਼ਮੀਨ ਜਿਹੜੀ ਸੀਗੀ ਉਹ ਸਾਨੂੰ ਅਲਾਟ ਹੋ ਗਈ ਸੀ। ਬੜੇ ਖੁਸ਼ਕਿਸਮਤ ਸੀਗੇ। 8 ਪਰਿਵਾਰ ਜਿਹੜੇ ਸੀਗੇ ਨਾ, ਉਹਨਾਂ ਨੂੰ ਪਿੰਡ ਦੇ ਵਿੱਚ ਹੀ ਸੈਟਲਮੈਂਟ ਮਿਲ ਗਈ ਹੈ। ਇਹ ਫਗਵਾੜੇ ਦੇ ਕੋਲ ਸਾਡਾ ਪਿੰਡ ਹੈਗਾ ਸਰਹਾਲ ਮੁੰਡੀ, ਹਾਂਜੀ, ਫਗਵਾੜੇ ਤੋਂ ਤਕਰੀਬਨ 13-14 ਕਿਲੋਮੀਟਰ 'ਤੇ ਹੈਗਾ। ਔਰ ਉੱਥੇ ਸਾਨੂੰ ਅਰਾਈਆਂ ਦੀ ਜ਼ਮੀਨ ਮਿਲ ਗਈ, 2 ਮਰਬੇ ਦੀ ਬਰਾਏ ਜਿੰਨੀ ਵੀ ਜ਼ਮੀਨ ਬਣਦੀ ਸੀ ਕਾਗਜ਼ਾਂ ਦੁਆਰਾ ਤਬਦੀਲ ਹੋ ਕੇ ਉੱਥੇ ਚਲੇ ਗਏ ਹੈਗੇ ਆ, ਜ਼ਮੀਨ ਮਿਲ ਗਈ ਹੈ ਔਰ ਉੱਥੇ ਆਪਣੀ ਰਿਹਾਇਸ਼ ਹੈਗੀ ਆ। ਉਸ ਪ੍ਰਕਾਰ ਦੇ ਨਾਲ ਮਤਲਬ ਉਸ ਤੋਂ ਬਾਅਦ ਜਿਹੜਾ ਦਾਣਾ ਪਾਣੀ ਲੈ ਜਾਂਦਾ ਚੱਕ ਕੇ ਕੈਨੇਡਾ ਰਹਿ ਰਹੇ ਹੈਗੇ ਆ, ਉੱਥੇ ਆਪਣਾ ਟਾਈਮ ਪਾਸ ਹੋ ਰਿਹਾ ਹੈਗਾ। ਜਿੱਦਾਂ ਤੁਹਾਨੂੰ ਦੱਸਿਆ ਵੀ ਮੈਂ ਜਲਦੀ ਅੱਗ ਦੇ ਵਿੱਚ ਖੜਾ ਹੋ ਗਿਆ ਸੀਗਾ, ਮੇਰੇ ਪੈਰ ਜਲ ਗਏ, 2 ਮਹੀਨੇ ਇੱਦਾਂ ਰਿਹਾ। ਫਿਰ ਹਜੇ ਹੁਣ ਮੈਂ ਤੁਹਾਨੂੰ ਨਿਸ਼ਾਨੀ ਦਿਖਾਉਣੀ ਚਾਹੁੰਦਾ ਤਾਂ ਗੋਡੇ ਦੇ ਉੱਤੇ ਮੇਰੇ ਫੋੜਾ ਹੋਇਆ ਸੀ, ਪਾਕਿਸਤਾਨ 'ਚ ਹੀ ਹੋਇਆ ਸੀ। ਇਹ ਹਜੇ ਤਾਂ ਵੀ ਇੱਦਾਂ ਹੈਗਾ। ਮੈਂ 2 ਮਹੀਨੇ ਇੱਥੇ 2 ਮਹੀਨੇ ਮਤਲਬ ਚੱਲ ਨਹੀਂ ਸਕਿਆ, ਸਕੂਲ ਨਹੀਂ ਜਾ ਸਕਿਆ। ਤਾਂ ਸਾਡੇ ਇੱਕ ਰਿਸ਼ਤੇਦਾਰ ਹੁੰਦੇ ਸੀਗੇ, ਸਾਡੇ ਬਾਬਾ ਜੀ ਦਾ ਜਵਾਈ, ਸਾਡੇ ਫੁੱਫੜ ਸਾਹਿਬ, ਉਹਨਾਂ ਨੇ ਮੇਰਾ ਨਾਂ ਲੰਗਰਦੀਨ ਰੱਖ ਦਿੱਤਾ। ਉਹਨਾਂ ਨੇ ਮੇਰਾ ਨਾਮ ਲੰਗਰਦੀਨ ਰੱਖ ਦਿੱਤਾ। ਉਹਨੇ ਸੱਦਣਾ ਮੈਨੂੰ ਲੰਗਰਦੀਨ ਸੋ ਹਾਂਜੀ ਲੰਗੜਾ ਕੇ ਤੁਰਦੇ, ਲੰਗੜਦੀਨ ਦਾ ਹੀ ਰੱਖਿਆ। ਸੋ ਸਮੇਂ ਦੀ ਗੱਲਾਂ ਹੈਗੀਆਂ ਜੀ, ਬਹੁਤ ਕੁਝ ਦੇਖਿਆ ਹੈਗਾ। ਦੁੱਖ ਸੁੱਖ ਇੱਥੇ ਬਹੁਤ ਜ਼ਿੰਦਗੀ ਦੇ ਨਾਲ ਜਿਹੜੇ ਵੀ ਆਉਂਦੇ ਹੈਗੇ ਆ ਉਹ ਸਭ ਦੇਖੇ ਹੈਗੇ। ਇੱਧਰ ਵਿਆਹ ਅਟੈਂਡ ਤਾਂ ਕੀਤੇ ਹੋਣੇ, ਕਿਵੇਂ ਹੁੰਦੇ? ਵਿਆਹ ਜਿਹੜੇ ਆ ਜੀ, ਸਾਡੇ ਪਿੰਡ ਦੇ ਇੱਕ ਜ਼ੈਲਦਾਰ ਦੀ ਲੜਕੀ ਦਾ ਵਿਆਹ ਸੀਗਾ। ਨਾ ਜ਼ੈਲਦਾਰ ਨਹੀਂ, ਲੰਬੜਦਾਰ ਦੀ ਲੜਕੀ ਦਾ ਵਿਆਹ, ਪਿੰਡ ਦਾ ਲੰਬੜਦਾਰ ਜਿਹੜਾ ਸੀਗਾ। ਹਰਨਾਮ ਕਿਹੜਾ ਅੱਗੇ ਉਹਨਾਂ ਨੇ ਕਿਹੜੇ ਨੰਬਰ ਲੰਬੜਦਾਰ ਦਾ ਕਿਹੜਾ ਨਾਂ? ਜਵਾਲਾ ਸਿੰਘ ਨਹੀਂ, ਲੰਬੜਦਾਰ ਦਾ ਵਿਆਹ ਸੀ। ਉਹ ਗੁਰਦੁਆਰੇ ਵਾਲੀ ਡਿੱਗੀ ਦੇ ਵਿੱਚ ਵਿਆਹ ਸੀਗਾ। ਬਰਾਤ ਕਰਨ ਲੱਗੇ, ਅਸੀਂ ਜਾਣਾ ਨਹੀਂ ਹੈਗਾ। 7 ਦਿਨ ਬਰਾਤ ਰਹੀ ਹੈਗਾ, 7 ਦਿਨ ਉਹਨਾਂ ਨੇ ਸੇਵਾ ਕੀਤੀ ਹੈਗੀ। ਉਹ ਕਹਿ ਲਗੇ ਮੈਂ ਪਿੰਡ ਦਾ ਲੰਬੜਦਾਰ ਹਾਂ, ਮੈਨੂੰ ਕਿਹੜੀ ਚੀਜ਼ ਦੀ ਕੋਈ ਕਮੀ ਹੈਗੀ ਆ। ਮੰਜੇ ਜਿਹੜੇ ਸੀਗੇ ਉਹ ਡਿੱਗੀ ਦੇ ਉੱਤੇ ਡਾਏ ਹੋਏ ਸੀਗੇ, ਪਿੰਡ ਦੇ ਉਸ ਵੇਲੇ ਮੰਜੇ ਇਕੱਠੇ ਕੀਤੇ ਜਾਂਦੇ ਸੀਗੇ। ਰੋਟੀ ਪਾਣੀ ਸਿੰਪਲ ਹੁੰਦੇ ਸੀਗੇ, ਖਾ ਪੀ ਕੇ ਸਾਰਾ ਦਿਨ ਉਹਨਾਂ ਨੇ ਤਾਸ਼ਾ ਖੇਡਦੇ ਰਹਿਣਾ ਹੈਗਾ। 7 ਦਿਨ ਜਨੇਤਰ ਪੁਰਾਣੇ ਜਿਹੜੇ ਕਲਚਰ ਦੀਆਂ ਗੱਲਾਂ ਜਿਹੜੀਆਂ ਬਹੁਤ ਚੰਗੀਆਂ ਲੱਗਦੀਆਂ ਹੈਗੀਆਂ। ਸਭ ਕੁਝ ਪੱਕਦਾ ਸੀਗਾ, ਮੰਡੇ ਤਾਂ ਹੁੰਦੇ ਹੀ ਸੀਗੇ। ਹੋਰ ਕੀ ਸੀ ਸਪੈਸ਼ਲ ਗੋਸ਼ਤ ਮਾਸ਼ਤ ਜਾਂ ਕੋਈ ਹੋਰ? ਹੁਣ ਇਦਾਂ ਦੀਆਂ ਬਾਕੀ ਗੱਲਾਂ ਦਾ ਤਾਂ ਪਤਾ ਨਹੀਂ ਹੈਗਾ ਨਾ, ਕਿਉਂਕਿ ਗੋਸ਼ਤ ਹਾਂਜੀ ਨਹੀਂ ਕੋਈ ਖਾਦਾ ਪੀਤਾ ਤਾਂ ਹੋਣਾ, ਤੁਸੀਂ ਕਿਹੜਾ ਉੱਥੇ ਟੇਕ ਕੇ ਬੈਠੇ ਹੋਣੇ ਆ? ਬਚਪਨ ਦੇ ਵਿੱਚ ਇਦਾਂ ਦੀ ਛੋਟੀ ਮੋਟੀ ਗੱਲਾਂ ਦਾ ਪਤਾ ਨਹੀਂ ਨਾ ਲੱਗਦਾ ਹੈਗਾ। ਜੇ ਖਾਦਾ ਵੀ ਹੋ ਤਾਂ ਕਿਹੜਾ ਪਤਾ ਲੱਗਦਾ ਹੈਗਾ। ਲਈ ਖਾਦਾ ਪੀਤਾ ਚਲੋ ਬਾਇਕਾਤ ਹੁੰਦਾ, ਬੰਦਾ ਓਲਾ ਰੱਖਦਾ। ਨਹੀਂ, ਜੰਮਦਾ ਜਿਹੜਾ ਸਾਧ ਨਹੀਂ ਤਾਂ ਕੋਈ ਵੀ ਨਹੀਂ ਜੰਮ ਬਣਦਾ ਹੈਗਾ। ਸਾਧ ਵੀ ਤਾਂ ਬਾਅਦ 'ਚ ਬਣਦੇ ਹੈਗੇ ਨਾ। ਇਦਾਂ ਹੀ ਹੈ ਜੀ, ਜੰਮਦਾ ਕੋਈ ਸਾਧ ਨਹੀਂ ਬਣਿਆ ਹੋਇਆ। ਸਮੇਂ ਦੇ ਨਾਲ ਹੀ ਬਾਬਾ ਜੀ ਉਹਤੇ ਮਿਹਰ ਕਰਦੇ ਹੈਗੇ, ਉਹਦੇ ਮੁਤਾਬਕ ਉਹ ਅਦਲੀ ਬਦਲੀ ਹੁੰਦੀ ਰਹਿੰਦੀ। ਸਕੂਲੀ ਮੁੰਡੇ ਸੀ ਕਿ ਕਬੱਡੀ ਵਾਲੇ ਮੁੰਡੇ ਸੀਗੇ? ਮੈਂ ਫੁੱਟਬਾਲ ਦਾ ਪਲੇਅਰ ਸੀਗਾ ਜੀ। ਵੈਰੀ ਗੁੱਡ। ਮੈਂ ਗੋਜਰੇ ਦੀ ਟੀਮ ਦੇ ਵਿੱਚ ਫੁੱਟਬਾਲ ਖੇਡਦਾ ਹੁੰਦਾ ਸੀਗਾ। ਤੇ ਕਾਲਾ ਨੂੰ ਹਮੇਸ਼ਾ ਓਵਰ ਟਾਈਮ ਲਾ ਕੇ ਆਉਂਦੇ ਹੁੰਦੇ ਸੀ ਟੀਮ ਦੇ ਨਾਲ। ਗਰਾਊਂਡ ਬਿਲਕੁਲ ਗੁਰਦੁਆਰੇ ਉਹਨਾਂ ਸਕੂਲ ਦੇ ਕੰਪਾਊਂਡ ਦੇ ਵਿੱਚ ਸੀਗਾ। MCI ਸਕੂਲ ਦੇ ਨਾਲ ਵੀ ਗਰਾਊਂਡ ਬਹੁਤ ਵੱਡਾ ਗਰਾਊਂਡ ਸੀਗਾ ਉਹਦੇ, ਬਿਲਕੁਲ ਉਹ ਕਿਹਾ ਹੈਗਾ। ਔਰ ਦੂਜਾ ਸ਼ਾਨੂ ਲਾਲ ਹੈਡਮਾਸਟਰ ਸੀਗਾ ਉੱਥੇ ਦਾ। ਆ ਦੇਖ ਲਓ, ਮੈਂ ਉਹ ਕਹਿ ਰਿਹਾ ਸ਼ਾਨੂ ਲਾਲ ਹੈਡਮਾਸਟਰ ਸੀਗਾ ਸਾਡੇ ਸਕੂਲ ਦਾ। ਅੱਜ ਵੀ ਉਸ ਹੈਡਮਾਸਟਰ ਦਾ ਨਾਮ ਉੱਥੇ ਲਿਖਿਆ ਹੋਇਆ। ਸੁਣ ਲਿਆ? ਅੱਛਾ ਇੱਕ ਹੋ ਸੁਣੋ ਨਾ, ਸੁਣੋ ਇੱਕ ਮੇਰੀ ਗੱਲ ਸੁਣਿਓ। ਸ਼ਾਨੂ ਲਾਲ ਦੇ ਬਾਰੇ 299 ਦਾ ਇੱਕ ਮੇਰਾ ਦੋਸਤ, ਜਿਹੜੇ ਅਸੀਂ ਇਕੱਠੇ ਪੜ੍ਹਦੇ ਸੀ 10ਵੀਂ 'ਚ, ਉਹਦਾ ਨਾਮ ਵੀਰਇੰਦਰ ਸਿੰਘ ਆ। ਵੀਰਇੰਦਰ ਸਿੰਘ, ਉਹ ਵੀ ਕੈਨੇਡਾ ਦੇ ਵਿੱਚ ਹੈ। ਉਹਨੇ ਮੈਨੂੰ ਦੱਸਿਆ, ਕਹਿੰਦਾ ਮੈਂ ਇੱਕ ਦਫਾ ਸ਼ਾਨੂ ਲਾਲ ਨੂੰ ਦੇਖਿਆ ਜਲੰਧਰ, ਇੱਥੇ ਕਿਤੇ ਘੁੰਮਦਿਆਂ। ਮੈਂ ਕਿਹਾ ਤੂੰ ਕਿੱਥੇ ਦੇਖਿਆ? ਕਹਿੰਦਾ ਮੈਨੂੰ ਸ਼ਾਨੂ ਲਾਲ ਇੱਥੇ ਮਿਲਿਆ, ਜਲੰਧਰ 'ਚ ਮਿਲਿਆ। ਦੇਖੋ ਨਾ, ਇਹ ਵੀ ਤਾਂ ਤੁਹਾਡੇ ਚੈਨਲ ਦੇ ਉੱਤੇ ਹੀ ਗੱਲ ਜਾਣ ਵਾਲੀ ਆ। ਸ਼ਾਨੂ ਲਾਲ ਹੈਡਮਾਸਟਰ ਸੀ। ਹਾਂਜੀ, ਗੋਜਰੇ ਦੇ ਵਿੱਚ ਦੁਕਾਨਾਂ ਕਿਹਨਾਂ ਦੀਆਂ ਸੀ ਜ਼ਿਆਦਾ? ਦੁਕਾਨਾਂ ਸਭ ਮਿਕਸਅਪ ਸੀਗੀਆਂ, ਕੋਈ ਪਤਾ ਨਾ ਸੀ ਲੱਗਦਾ। ਸਾਰੇ ਜਟਾਲੇ ਮੇਰੀ ਦੁਕਾਨਾਂ ਸੀਗੀਆਂ। ਕੋਈ ਸਿੱਖਾਂ ਦੀਆਂ ਸੀਗੀਆਂ, ਮੁਸਲਿਮ ਦੀਆਂ ਸੀਗੀਆਂ। ਉਸ ਵੇਲੇ ਕੋਈ ਪਿੰਨ ਪੇ ਤੇ ਹੀ ਹੈ ਨਹੀਂ ਸੀਗਾ। ਜਿਸ ਵੇਲੇ ਅਸੀਂ ਗਏ ਹਾਂ, ਅਸੀਂ ਜੱਟ ਚੌਹਾਨ ਆ, ਜ਼ਿਮੀਦਾਰ ਆ, 2 ਖੇਤ 2 ਮਰਬੇ ਆ। ਰਾਜਪੂਤ ਚੌਹਾਨ ਆ, ਰਾਜਪੂਤ। ਸਾਡੇ 100 ਪਿੰਡ ਹੈਗੇ ਦੁਆਬੇ ਦੇ ਵਿੱਚ। ਚੌਹਾਨ, ਮਨਿਹਾਸ, ਜਸਵਾਲ, ਪਰਮਾਰ, ਪੱਟੀ, ਹੋਰ ਨਾਲ ਜਿਹੜਾ ਨਾਲ ਉਹ ਦੱਸੂਗਾ ਮੈਂ।
ਮੰਝ ਹੈਗੇ ਆ, ਮੰਝ ਹੈਗੇ ਆ, ਪੱਟੀ ਮੰਝ ਲੁੱਡੂ ਬਿਲਕੁਲ ਇਹ ਸਾਰੇ ਅਸੀਂ ਪੱਟੀ ਰਾਜਪੂਤ ਪੱਟੀ ਦਾ ਇੱਕ ਤਕੜੇ ਰਾਜਪੂਤ ਆ ਉਧਰ ਬੈਠੇ ਪਿੰਡੀ ਸਾਡੇ- ਪੱਟੀਆਂ ਵੀ ਸਾਰਾ ਸਹੀ ਸੋ ਇਸ ਕਰਕੇ ਇਹ ਸਾਰੇ ਹੀ ਜਿੰਨੀਆਂ ਬਰਾਦਰੀਆਂ ਹੈਗੇ ਸਾਰੇ ਸਾਡੇ ਉੱਥੇ ਹੈਗੇ ਔਰ ਅਸੀਂ ਤਾਂ ਬੜੇ ਲੱਕੀ ਹੈਗੇ ਆ। ਜਿਹੜਾ ਪਿੰਡ ਸਾਡਾ ਜੱਦੀ ਪਿੰਡ ਸੀਗਾ ਉਹ ਵੀ ਰਾਜਪੂਤਾਂ ਦਾ ਪਿੰਡ ਸੀਗਾ, ਉੱਥੇ ਹੀ ਸਾਨੂੰ ਜਗ੍ਹਾ ਮਿਲ ਗਈ ਔਰ ਅਸੀਂ ਉੱਥੋਂ ਉੱਠ ਕੇ ਇੱਥੇ ਆ ਗਏ ਹੈਗੇ ਆ, ਸਾਨੂੰ ਉੱਥੇ ਜ਼ਮੀਨ ਮਿਲ ਗਈ। ਫਿਰ ਜ਼ਮੀਨ ਦੀ ਜਿਹੜੀ ਉੱਦਾਂ ਨਹੀਂ ਮਿਲੀ, ਉਹਦੀ ਕੀਮਤ ਨਹੀਂ ਪਈ ਆ। ਇੱਥੇ ਦੀ ਜ਼ਮੀਨ ਦੀ ਕੀਮਤ ਜ਼ਿਆਦਾ ਸੀਗੀ, ਉੱਥੇ ਦੀ ਰੇਤ ਵਾਲੀ ਜਿਹੜੀ ਜ਼ਮੀਨ ਸੀ ਉਹਦੀ ਕੀਮਤ ਥੋੜੀ ਘੱਟ ਸੀਗੀ, ਓਏ ਭਰਾ ਵੱਧ ਮਿਲੀ ਤੁਹਾਨੂੰ ਉਹਨੂੰ ਵੱਧ ਮਿਲੀ ਸਾਨੂੰ। ਨੰਬਰ ਜਿਹਨੂੰ ਕਹਿੰਦੇ ਨੰਬਰ ਨਹੀਂ ਕਰਿਆ ਨੰਬਰਾਂ ਨਾਲ ਪਈ ਬਿਲਕੁਲ ਨੰਬਰਾਂ ਨਾਲ ਪਈ ਤੇ ਨੰਬਰ ਅਵਲ ਨੰਬਰ 2 ਨੰਬਰ 100 ਨੰਬਰ ਕਰਕੇ ਉਹ ਜ਼ਮੀਨ ਸੀਗੀ, ਉਹਦੇ ਜ਼ਮੀਨ ਥੋੜੀ ਜ਼ਿਆਦਾ ਮਿਲੀ ਹੋਇਆ। ਟਿਕਟ ਜੋਗੀ ਸਭ ਕੋ ਤਾਕਤ ਦਿੱਤੀ ਹੋਈ, ਅੱਖਾਂ ਦਿੱਤੀਆਂ ਹੋਏ ਦੇਖਣ ਨੂੰ, ਤਾਂ ਗੁਰੂ ਮਹਾਰਾਜ ਦੀ ਦਇਆ ਦੇ ਨਾਲ ਇੱਥੇ ਚੱਲ ਕੇ ਆ ਗਏ ਹੈਗੇ। ਔਰ ਦੂਜੀ ਸਭ ਤੋਂ ਵੱਡੀ ਗੱਲ, ਬੇਟਾ ਮੇਰਾ ਜਿਹੜਾ ਹੈਗਾ ਉਹ ਤਿਆਰ ਕਰਕੇ ਲੈ ਕੇ ਆਇਆ ਹੈਗਾ ਵੀ ਹਾਂ ਵੀ ਡੈਡੀ ਮੈਂ ਜਾਊਂਗਾ, ਆਪਾਂ ਮੈਂ ਜਾਵਾਂਗੇ, ਕੋਈ ਗੱਲ ਹੀ ਨਹੀਂ ਹੈਗੀ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਵੈਸੇ ਤੁਹਾਡਾ ਆਪਸ ਦਾ ਹਿਸਾਬ ਨਾ ਭਰਾਵਾਂ ਵਾਲਾ ਲੱਗਦਾ। ਉਹ ਸਾਰੇ ਕਹਿੰਦੇ ਆ ਵੀ ਬੇਟਾ ਨਹੀਂ ਲੱਗਦਾ, ਭਰਾ ਲੱਗਦਾ ਛੋਟਾ। ਮੈਨੂੰ ਲੱਗਦਾ ਸਲਾਹ ਕੀਤੀ ਹੋਈ ਤੁਸੀਂ ਪਤਾ ਕੀ ਹੈਗਾ ਜੀ, ਪਤਾ ਕੀ ਹੈਗਾ, ਜਿਹਨੂੰ ਦਿਲ ਦੇ ਨਾਲ ਤੁਸੀਂ ਆਪਣੇ ਪਿਆਰ ਦੇ ਨਾਲ ਪਾਲਦੇ ਨਾ, ਬਿਲਕੁਲ ਪੱਕੇ ਦਿਲ ਨਾਲ ਪਾਲਦੇ ਨਾ, ਉਹ ਕਦੀ ਤੁਹਾਨੂੰ ਧੋਖਾ ਨਹੀਂ ਦੇ ਕੇ ਜਾ ਸਕਦਾ। ਸਮਝ ਨਾ? ਬਿਲਕੁਲ ਬਿਲਕੁਲ ਔਲਾਦ ਤਾਂ ਜੀ ਵੈਸੇ ਹੀ ਬੰਦਾ ਪਾਲਦਾ ਹੀ ਪਿਆਰ ਨਾਲ। ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਨਾ, ਜਦੋਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੈਗੇ ਆ, ਸਮਝ, ਇੱਕ ਬੇਟਾ ਹੋਣ ਦੀ ਖਾਤਰ ਜ਼ਿਆਦਾ ਪਿਆਰ ਹੁੰਦਾ ਹੈਗਾ, 4 ਬੇਟੀਆਂ ਹੈਗੀਆਂ, ਸਾਰੀਆਂ ਪਿਆਰ ਕਰਦੀਆਂ, ਲੇਕਿਨ ਇਹ ਹੈ ਕਿ ਬੇਟਾ, ਅਸੀਂ ਤਾਂ ਹਮੇਸ਼ਾ ਬੇਟੇ ਦੇ ਨਾਲ ਰਹਿਣਾ ਨਾ, ਬੇਟੇ ਦੇ ਕੋਲ ਤਾਂ ਨਹੀਂ ਰਹਿਣਾ। ਇਹ ਸਾਡਾ ਆਪਣਾ, ਸਾਨੂੰ ਇੱਕ ਕਲਚਰ ਦੱਸਿਆ ਹੋਇਆ ਕਿ ਅਸੀਂ ਬੇਟਿਆਂ ਦੇ ਕੋਲ ਰਹਿਣਾ ਹੈਗਾ। ਠੀਕ ਹੈ ਨਾ ਜੀ? ਔਰ ਗੁਰਬਾਣੀ ਦੀ ਕੋਟੇਸ਼ਨ ਹੈਗੀ ਹੈ ਜੀ, ਕਹਿੰਦੇ ਪੁੱਤਰੀ ਗੰਢ ਪਵੇ ਸੰਸਾਰ, ਇਸ ਸੰਸਾਰ, ਇਹ ਦੁਨੀਆ ਦੇ ਵਿੱਚ ਬੇਟੇ ਦੇ ਨਾਲ ਹੀ ਆਦਮੀ ਦਾ ਖਾਨਦਾਨ ਅੱਗੇ ਵੱਧਦਾ ਹੈਗਾ। ਕਦੀ ਨਹੀਂ ਯਾਦ ਕਰਦਾ ਚੌਹਾਨ ਖਾਨਦਾਨ ਹੋਰ ਕੌਣ ਆ, ਬਾਪ ਦਾ, ਬਾਬੇ ਦਾ ਨਾਂ ਹੁਣ ਯਾਦ ਆ। ਮੈਂ ਤੁਹਾਨੂੰ ਆਪਣੇ ਬਾਬੇ ਦੀ ਦੱਸਦਾ ਹੈਗਾ, ਉਹ ਲੋਰਾ ਲਾਈ ਦੇ ਵਿੱਚ ਮੈਡੀਕਲ ਡਾਕਟਰ ਸੀਗੇ ਫੌਜ ਦੇ ਵਿੱਚ। ਜਦੋਂ ਪਲੇਗ ਪਈ ਹੈਗੀ ਆ ਕੋਇਟੇ 'ਚ, ਉਸ ਵੇਲੇ ਉੱਥੇ ਉਹ ਡਾਕਟਰੀ ਕਰਦੇ ਸੀਗੇ। ਦੇਖ ਲਓ ਕੀ ਨਾਮ ਕੀ ਸੀ ਉਹਨਾਂ ਦਾ? ਸਰਦਾਰ ਨਗਿੰਦਰ ਸਿੰਘ, IOM, ਇੰਡੀਅਨ ਆਰਡਰ ਆਫ ਮੈਰਿਟ। ਆਪ ਉਹ ਬੈਠੇ ਹੋਏ ਕੁਰਸੀ ਤੇ, ਇਦਾਂ ਗੋਰੇ ਪਾਸ ਗੋਰਾ ਹੀ ਖੜਾ ਹੈਗਾ। ਕਾਫੀ ਪੜ੍ਹੀ ਲਿਖੀ ਫੈਮਿਲੀ ਨਾਲ ਤਾਲੁਕ। ਮੇਰੇ ਫਾਦਰ ਸਾਹਿਬ ਟੀਚਰ ਸੀਗੇ, ਉੱਥੇ ਜਾ ਕੇ ਪ੍ਰਿੰਸੀਪਲ ਰਹੇ ਆ, ਸਾਰੀ ਉਮਰ ਉਹਨਾਂ ਪ੍ਰਿੰਸੀਪਲਸ਼ਿਪ ਕੀਤੀ ਹੈਗੀ। ਸਰਦਾਰ ਇਕਬਾਲ ਸਿੰਘ BA B.Ed। ਸਹੀ ਹੈ। ਤੇ ਬੇਟਾ ਜੀ ਹੁਣ ਦੱਸੋ ਕਿਦਾਂ ਇਹਨਾਂ ਦਾ ਸੁਭਾਅ, ਕਿਦਾਂ ਕੋਈ ਜ਼ਿਆਦਾ ਤੰਗ ਤਾਂ ਨਹੀਂ ਕੀਤਾ ਰਾਹ ਚ ਆਉਂਦੇ? ਮੈਨੂੰ ਤਾਂ ਕੋਈ ਤੰਗ ਨਹੀਂ, ਮੈਂ ਗੁੱਸੇ ਹੋ ਜਾਵਾਂ ਤਾਂ ਥੋੜੀ ਦੇਰ ਲਾਂਭੇ ਹੋ ਜਾਂਦਾ ਕਿ ਹਾਂ ਵੀ ਗੁੱਸਾ ਆਪੇ ਠੰਡਾ ਹੋ ਜਾਣਾ ਹੈਗਾ। ਠੀਕ ਹੈ ਨਾ ਜੀ? ਇਹ ਥੋੜੇ ਕੌੜੇ ਸੁਭਾਅ ਦੇ ਆ, ਤਾਂ ਇਹਨਾਂ ਨੂੰ ਸਾਹਮਣਾ ਪੈਂਦਾ ਵੀ ਨਾ ਬੋਲੋ। ਉਹੀ ਚੀਜ਼ ਹੈਗੀ। ਪਤਾ ਕੀ, ਹੁਣ ਜਦੋਂ ਆਦਮੀ ਇੱਧਰ ਉੱਧਰ ਵੀ ਜਾਂਦਾ ਨਾ, ਜਿਹੜੇ ਲੋਕ ਅਨਚਾਰਟਡ ਹੈਗੇ ਨਾ, ਕਰਨਾ ਪੈਂਦਾ ਕਿ ਨਹੀਂ, ਜਿਹੜੇ ਲੋਕ ਜਿਹੜੇ ਹਿਸਾਬ ਨਾਲ ਨਹੀਂ ਚੱਲ ਸਕਦੇ। ਪਰ ਕੋਲ ਇੱਕ ਬਜ਼ੁਰਗ ਆ, ਬਜ਼ੁਰਗ ਨੂੰ ਪਹਿਲੋਂ ਜਗ੍ਹਾ ਦੇਣੀ ਕਿ ਬਾਅਦ 'ਚ ਦੇਣੀ ਹੈਗੀ ਆ। ਹੁਣ ਅਸੀਂ ਜੱਥੇ ਨਾਲ ਆਏ ਹਾਂ, ਜੱਥੇ ਨਾਲ ਲੜਨ ਨੂੰ ਫਿਰਦੇ ਹੁੰਦੇ ਕਈ ਵਾਰ। ਦੇਖੋ ਨਾ, ਐਵੇਂ ਹੀ ਬਸ ਧੱਕੇ ਮਾਰੀ ਜਾਂਦੇ ਵੀ, ਦੇਖਦਾ ਇੱਕ ਆਦਮੀ ਡੰਡਾ ਲੈ ਕੇ ਚੱਲ ਰਿਹਾ, ਤੁਸੀਂ ਉਹਨੂੰ ਪਹਿਲਾਂ ਪ੍ਰੈਫਰੈਂਸ ਦਿਓ, ਕਮ ਸੇ ਕਮ ਦਿਮਾਗ ਇਸਤੇਮਾਲ ਕਰੋ। ਇਹ ਬੱਸ ਨੇ ਛੱਡ ਕੇ ਤਾਂ ਕਿਸੇ ਨੂੰ ਜਾਣਾ ਹੀ ਨਹੀਂ ਹੈਗਾ। ਹਾਂਜੀ ਖੜੀ ਹੋਣੀ, ਹਾਂਜੀ ਖੜੀ ਅੰਦਰ ਬੈਠੇ, ਮੈਂ ਉਹੀ ਪੁੱਛਣ ਲੱਗਾ ਵੀ ਤੁਹਾਡੇ ਜਥੇਦਾਰ ਦਾ ਨਾਂ ਕੀ ਹੈ? ਜਸਬੀਰ ਸਿੰਘ ਬੋਪਾ ਰਾਏ। ਨਹੀਂ, ਜਸਵੀਰ ਸਿੰਘ ਬੋਪਾ ਰਾਏ ਨਹੀਂ। ਪੀਲੀ ਪੱਗ ਬੰਨ ਕੇ ਰੱਖਦੇ ਆ? ਨਹੀਂ, ਉਹ ਨੀਲੀ ਪੱਗ ਬਣ ਕੇ ਰੱਖਦੇ ਆ, ਗੋਲ ਗੋਲ ਜੇ। ਬਹੁਤ ਹੈਗੇ ਆ ਜੀ। ਅੱਛਾ, ਉਹ ਵੈਨਕੂਵਰ ਤੋਂ ਆਏ। ਉਹ ਵੈਨਕੂਵਰ ਤੋਂ, ਹਾਂਜੀ ਸਰੀ ਤੋਂ, ਵੈਨਕੂਵਰ ਤੋਂ ਉੱਥੋਂ ਆਏ। ਹਾਂ ਹਾਂ, ਸਾਰੇ ਰਲੇ ਹੋਏ ਆ ਜੀ, ਕਈ ਜੱਥੇ ਆਏ ਹੋਏਗੇ, ਬਹੁਤ ਜ਼ਿਆਦਾ। 5-7 ਜੱਥੇ ਆਏ ਹੈਗੇ, ਜਿੱਦਾਂ ਸਾਡੇ ਨਾਲ ਵੀ ਅਮਰੀਕਾ ਕੈਨੇਡਾ ਦੇ ਹੈਗੇ ਆ। ਅਸੀਂ ਕੀਤਾ ਇੰਟਰਵਿਊ, ਸਾਨੂੰ ਮਿਲੇ ਸੀ ਉੱਥੇ ਮੋਟਰਵੇ ਤੇ, ਹਾਂ ਨੈਸ਼ਨਲ ਹਾਈਵੇ। ਹਾਂਜੀ, ਕਰਤਾਰਪੁਰ ਵੀ ਜਾ ਕੇ ਆਏ ਕੱਲ। ਅੱਛਾ, ਕਰਤਾਰਪੁਰ ਦੇ ਬਾਰੇ ਪੁੱਛੋ, ਕਿਹਦਾ ਐਗਜ਼ਾਮ? ਕਰਤਾਰਪੁਰ ਦਾ ਕਿਹਦਾ ਐਕਸਪੀਰੀਅੰਸ ਰਿਹਾ, ਔਰ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕਿਸ ਤਰ੍ਹਾਂ ਇਹਨੂੰ ਹੋਰ ਇਹਦੇ ਵਿੱਚ ਕੋਈ ਇੰਪਰੂਵਮੈਂਟ ਹੋਣੀ ਚਾਹੀਦੀ? ਕਰਤਾਰਪੁਰ ਬਣਿਆ ਤਾਂ ਬਹੁਤ ਸੋਹਣਾ ਹੈਗਾ, ਹੁਣ ਇਹ ਆ ਵੀ ਸੰਗਤ ਚਾਹੀਦੀ ਜ਼ਿਆਦਾ ਨਾ ਸਾਰੇ ਪਾਸਿਓਂ, ਇਹਨਾਂ ਨੂੰ ਥੋੜਾ ਜਿਹਾ ਹੋਰ ਖੋਲ੍ਹਣਾ ਚਾਹੀਦਾ। ਚੈਕਿੰਗ ਬਹੁਤ ਜ਼ਿਆਦਾ ਕਰਦੇ ਹੈਗੇ, ਚੈਕਿੰਗ ਥੋੜੀ ਘੱਟ ਹੋਣੀ ਚਾਹੀਦੀ ਆ। ਤੇ ਬਾਕੀ ਤਾਂ ਬਣਿਆ, ਫੈਸਿਲਿਟੀਜ਼ ਬਹੁਤ ਸੋਹਣੀਆਂ ਹੈਗੀਆਂ। ਹਾਂਜੀ, ਚੈਕਿੰਗ ਦਾ ਜ਼ਿਆਦਾ ਸਾਹਮਣਾ ਤੁਹਾਨੂੰ ਉਧਰੋਂ ਹੁੰਦਾ, ਇਧਰੋਂ ਹੁੰਦਾ? ਅਸੀਂ ਤਾਂ ਹੁਣ ਉਧਰੋਂ ਹੀ ਨਾ, ਅਸੀਂ ਤਾਂ ਇਧਰੋਂ ਹੀ ਆਏ ਹੈਗੇ ਆ।
ਰਾਹਦਾਰੀ ਦਾ ਕੋਈ ਐਕਸਪੀਰੀਅੰਸ ਤੁਹਾਡਾ ਹੋਇਆ? ਦੁਬਾਰਾ ਚੈੱਕ ਕਰਨ ਦੀ ਕੋਈ ਸੈਂਸ ਨਹੀਂ ਬਣਦੀ ਹੈਗੀ ਜਿੱਦਾਂ ਨਾ ਇੱਥੇ ਅਸੀਂ ਹੁਣ ਪਾਕਿਸਤਾਨ ਦਾ ਵੀਜ਼ਾ ਲੈ ਕੇ ਪ੍ਰੋਪਰਲੀ ਕ੍ਰਾਸ ਕਰ ਚੁੱਕੇ ਹੈਗੇ ਤੇ ਹੁਣ ਅੰਦਰ ਗੁਰਦੁਆਰੇ ਬਣਨ ਲਈ ਇੰਨੀ ਚੈਕਿੰਗ ਨਹੀਂ ਹੋਣੀ ਚਾਹੀਦੀ। ਉਹ ਪਾਸਪੋਰਟ ਦੁਬਾਰਾ ਦੇਖਦੇ ਹੈਗੇ ਆ। ਚਲੋ ਸਿਕਿਉਰਿਟੀ ਚੈਕਿੰਗ ਤਾਂ ਠੀਕ ਆ ਪਰ ਪਾਸਪੋਰਟ ਵਗੈਰਾ ਚੈੱਕ ਕਰਨ ਦੀ ਕੋਈ ਲੋੜ ਨਹੀਂ ਹੈਗੀ। ਹੁਣ ਤਾਂ ਬੁੱਢੇ ਠੇਰੇ ਨੂੰ ਬਹੁਤ ਤੰਗੀ ਹੁੰਦੀ ਹੈਗੀ ਆ। ਬਾਕੀ ਬਜ਼ੁਰਗਾਂ ਨੂੰ ਬਹੁਤ ਜਿਹੜੇ ਤੰਗੀ ਹੁੰਦੀ cross ਹੈ। ਕਰਕੇ ਆਉਂਦੇ ਹੈਗੇ ਆ ਤੁਸੀਂ ਤਾਂ ਜਵਾਨ ਆ ਜੀ, ਤੁਸੀਂ ਤਾਂ ਆਪਣੀ ਗੱਲ ਹੀ ਨਾ ਕਰੋ ਜੀ। ਹਾਂ, ਤੁਸੀਂ ਤਾਂ ਜਵਾਨ ਆ, ਅੱਜ ਤੁਹਾਡੀ ਜਵਾਨੀ ਦੇਖਣ ਵਾਲੀ ਆ। ਤੁਸੀਂ ਅੱਜ ਆਪਣੇ ਆਪਣੇ ਪਿੰਡ ਬੈਠੇ ਹੋ। ਬਿਲਕੁਲ ਮੈਂ ਠੀਕ ਹੈ ਫਿਰ। ਤਾਂ ਪੂਰੇ ਐਕਸਾਈਟਡ ਆ ਜੀ ਇਹ। ਤੁਸੀਂ ਕੁਝ ਕਹਿਣਾ ਚਾਹੋਗੇ ਜੀ ਇਸ ਪਾਸੇ, ਇਸ ਬਾਰੇ? ਕਿਉਂਕਿ ਡਿਊ ਟੂ ਸਿਕਿਉਰਿਟੀ ਰੀਜ਼ਨਸ ਉਹਨਾਂ ਦਾ ਇਹ ਬਣਦਾ ਹੈ ਜੀ, ਉਹ ਬਾਰ-ਬਾਰ ਚੈੱਕ ਕਰਦੇ ਨੇ। ਇਹ ਹੈ ਔਖਿਆਈ ਹੁੰਦੀ ਜ਼ਰੂਰ ਆ, ਉਹ ਲੱਗਦਾ ਵੀ ਆ, ਪਰ ਉਹ ਤੁਹਾਡੇ ਲਈ ਉਹ ਬਿਲਕੁਲ ਠੀਕ ਹੈ। ਕਰਮਚਾਰੀ ਜਿੰਨੇ ਵੀ ਉੱਥੇ ਉਹ ਤੁਹਾਡੇ ਲਈ ਹੀ ਖੜੇ ਬਿਲਕੁਲ ਨੇ, ਠੀਕ ਹੈ, ਮੈਂ ਸਮਝ ਕਿਉਂ ਗਿਆ। ਪਤਾ ਨਹੀਂ ਲੱਗਦਾ ਕਿਸੇ ਬਿਲਕੁਲ ਦਾ ਠੀਕ ਕੋਈ ਹੈ, ਬਿਲਕੁਲ ਗਲਤੀ ਨਹੀਂ ਜੀ, ਕੋਈ ਹਾਂ। ਪਤਾ ਨਹੀਂ ਲੱਗਦਾ ਹੈਗਾ। ਠੀਕ ਹੈ, ਬਹੁਤ ਜੋ ਵੀ ਜਿੱਥੇ ਜਿੱਥੇ ਕਰ ਰਿਹਾ ਬਹੁਤ ਚੰਗੇ ਤਰੀਕੇ ਨਾਲ ਕਰ ਰਿਹਾ। ਰੱਬ ਕਰੇ ਵੀ ਇਹ ਮੁਲਕਾਂ ਦਾ ਆਪਸ ਦੇ ਵਿੱਚ ਇੰਨਾ ਪਿਆਰ ਹੋ ਜਾਵੇ, ਇੰਨਾ ਆਪਸ ਦੇ ਵਿੱਚ ਜਿਹੜਾ ਤਜਾਰਤ ਵੀ ਸਾਡੀ ਹੋਵੇ, ਆਪਸ ਦੇ ਵਿੱਚ ਸਾਰੀ ਟ੍ਰੇਡਿੰਗ ਸ਼ਰੇਡਿੰਗ ਜੋ ਵੀ ਆ, ਪਿਆਰ ਮੁਹੱਬਤ ਹੋਵੇ ਇੱਕ ਦੂਸਰੇ ਤੇ, ਅਸੀਂ ਅਤਮਾਦ ਦੇ ਕਾਬਿਲ ਸਮਝੀਏ। ਜਦੋਂ ਅਤਮਾਦ ਬਣ ਜਾਂਦਾ ਇੱਕ ਦੂਸਰੇ ਦੇ ਨਾਲ, ਮੁਹੱਬਤ ਜ਼ਿਆਦਾ, ਮੋਹ ਪਿਆਰ ਵੱਧ ਜਾਂਦਾ, ਫਿਰ ਇਦਾਂ ਦੇ ਜਿਹੜੇ ਆ ਨਾ ਆ ਕਾਲੇ ਕੱਛਿਆਂ ਵਾਲੇ ਘੱਟ ਆਉਂਦੇ ਆ। ਬਹੁਤ ਵਧੀਆ ਗੱਲ ਕੀਤੀ ਹੈਗੀ ਹੈ। ਠੀਕ ਹੈ ਜੀ। ਹੋਰ ਤੁਸੀਂ ਕੋਈ ਆਪਣਾ ਇਹੋ ਹੀ ਆ ਅਸੀਂ ਬਜ਼ੁਰਗਾਂ ਦੇ ਨਾਲ ਆਏ ਹੋ ਲੈ ਕੇ, ਤੇ ਇਹਨਾਂ ਦਾ ਕਿਵੇਂ ਦਾ ਅਨੁਭਵ ਰਿਹਾ? ਥੋੜੀ ਝਿਜਕ ਸੀ ਆਉਣ ਲੱਗੇ, ਥੋੜਾ ਜਿਹਾ ਪਤਾ ਨਹੀਂ ਕੀ ਹੈਗਾ, ਕਿੱਥੇ ਜਾਣਾ ਹੈਗਾ, ਕਿੱਦਾਂ ਹੋਏਗਾ, ਪਰ ਜਿੰਨਾ ਸੋਚਿਆ ਸੀ ਉਹਦੇ ਤੋਂ ਕਈ ਗੁਣਾ ਜ਼ਿਆਦਾ ਸੌਖ ਰਹੀ, ਪਿਆਰ ਮਿਲਿਆ, ਤੇ ਇਸ ਲਈ ਹੁਣ ਵਾਰ-ਵਾਰ ਆਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜਿਹਨਾਂ ਰੋਡਾਂ ਤੋਂ ਆਏ ਜਾਂ ਜਿਹੜੇ ਇਲਾਕੇ ਦੇਖਦੇ ਆਏ ਆ, ਤੁਹਾਨੂੰ ਕਿਵੇਂ ਦੇ ਲੱਗੇ? ਸਾਨੂੰ ਤਾਂ ਬਹੁਤ ਸਾਫ਼ ਲੱਗਿਆ, ਜਿੱਦਾਂ ਨਾ ਖੁੱਲੀਆਂ ਸੜਕਾਂ, ਹਰਿਆਲੀ ਸਾਰੀ, ਤੇ ਬੰਦੇ ਖੜ ਕੇ ਮਿਲਦੇ ਤੁਹਾਨੂੰ ਨਾ, ਉਹ ਬਹੁਤ ਪਿਆਰ ਦਿੰਦੇ ਹੈਗੇ। ਬਸ ਇਹ ਇੱਕ ਬੜੀ ਸਪੈਸ਼ਲ ਰਿਸਪੈਕਟ ਆ, ਵੈਸੇ ਪੰਜਾਬੀਆਂ ਦੇ ਹੱਡਾਂ 'ਚ ਵਸੀ ਹੋਈ ਆ ਇਹ ਜਿਹੜੀ ਰਿਸਪੈਕਟ ਮਹਿਮਾਨਾਂ ਨੂੰ ਮਿਲਦੀ ਆ। ਪਰ ਇਹ ਐਕਸਪੈਕਟੇਸ਼ਨ ਤੋਂ ਜ਼ਿਆਦਾ ਸੀ ਜਿੱਦਾਂ ਨਾ ਸਾਡੇ ਲਈ, ਬਿਯੋਂਡ ਦਾ ਲਿਮਿਟ। ਬਿਯੋਂਡ ਦ ਲਿਮਿਟ। ਸਹੀ ਗੱਲ ਹੈ।